ਸਾਥੀਆਂ ਨੂੰ ਮੇਰੇ ਵੱਲੋਂ ਬੜੇ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿਛਲੇ ਕੁਝ ਦਿਨਾਂ ਤੋਂ ਸਮਝ ਰਿਹਾ ਸੀ ਕਿ ਕੁਝ ਬੇਸਿਕ ਚੀਜ਼ਾਂ ਨੇ ਗੁਰਬਾਣੀ ਵਿਆਕਰਣ ਦੀਆਂ, ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਜਿਹਦੇ ਵਿੱਚ ਕੁਝ ਸਵਾਲ ਪਿੱਛੇ ਵੀ ਆਏ ਸਨ, ਜਿਵੇਂ ਸੰਬੰਧਕ ਬਾਰੇ ਕੁਝ ਵੀਰਾਂ ਨੇ ਪੁੱਛਿਆ ਸੀ, ਤੇ ਮੈਂ ਸੋਚਦਾ ਵੀ ਕੁਝ ਸਵਾਲ ਜਿਹੜੇ ਨੇ ਉਹਨਾਂ ਦੇ ਕਿਉਂ ਨਾ ਥੋੜਾ ਬੇਸ ਤੋਂ ਲੈ ਕੇ ਥੋੜਾ ਚੱਲਿਆ ਜਾਵੇ। ਜਿਵੇਂ ਸੰਬੰਧਕਾਂ ਦੇ ਵਿੱਚ ਸਿਰਫ ਸੰਬੰਧਕ ਹੀ ਨਹੀਂ ਹੁੰਦੇ, ਸੰਬੰਧਕਾਂ ਤੋਂ ਅੱਗੇ ਫਿਰ ਪੜਨਾਉ ਹੁੰਦੇ ਨੇ, ਪੜਨਾਉ ਤੋਂ ਅੱਗੇ ਫਿਰ ਉਹਨਾਂ ਦੇ ਕੁਝ ਯੋਜਕ ਕੰਜੰਕਸ਼ਨ ਹੁੰਦੇ ਨੇ, ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀ ਚੀਜ਼ਾਂ ਨੇ। ਅੱਗੋਂ ਆਦਰਵਾਚੀ ਸ਼ਬਦ ਆਣੇ ਨੇ, ਹੋਰ ਬਹੁਤ ਕੁਛ ਆਣਾ ਹੈਗਾ। ਤੇ ਮੈਂ ਸੋਚਦਾ ਵੀ ਚਲੋ ਇੱਕ ਸੀਰੀਅਲ ਵਾਈਜ਼, ਜਿਵੇਂ ਅੱਜ ਅਸੀਂ ਸਿਰਫ ਸੰਬੰਧਕਾਂ ਦੇ ਉੱਪਰ ਗੱਲ ਕਰ ਲਈਏ, ਲਿਮਿਟਡ ਟਾਈਮ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ 3 ਨਿਯਮ ਸਮਝਾਵਾਂ। ਤੇ ਤਿੰਨੇ ਨਿਯਮ ਕਿਵੇਂ ਯਾਦ ਰਹਿਣਗੇ? ਤੇ ਮੇਰੀ ਇੱਕ ਆਦਤ ਹੈ, ਮੈਂ ਕਹਾਣੀ ਪੇਸ਼ ਕਰ ਦਿੰਦਾ ਵਾਂ। ਕਹਾਣੀ ਯਾਦ ਰਹਿ ਜਾਂਦੀ ਹੈ, ਕਹਾਣੀ ਦੇ ਨਾਲ ਸਾਨੂੰ ਨਿਯਮ ਵੀ ਯਾਦ ਰਹਿ ਜਾਂਦੇ ਨੇ। ਹਾਂਜੀ, ਸੰਬੰਧਕ ਕਿਹੜੇ ਹੁੰਦੇ ਨੇ, ਸੰਬੰਧਕ ਸ਼ਬਦ ਕਿਹਨੂੰ ਕਹਿੰਦੇ ਨੇ, ਪਹਿਲਾਂ ਥੋੜਾ ਜਿਹਾ ਅਸੀਂ ਇਹਦੇ ਬਾਰੇ ਵਿਚਾਰ ਕਰ ਲਈਏ। ਜਿਹੜੇ ਵੀ ਸ਼ਬਦ ਨਾਉ ਜਾਂ ਪੜਨਾਉ ਦਾ ਸੰਬੰਧ ਕਿਰਿਆ ਨਾਲ ਦੱਸਦੇ ਨੇ, ਜੀ ਇੱਕ ਮਿੰਟ ਲਈ ਇਹਨੂੰ ਹਜੇ ਹਟਾ ਦਿਓ, ਇਹ ਬਾਅਦ ਚ ਕਰ ਲਾਂਗੇ ਆਪਾਂ। ਹਾਂਜੀ, ਜਿਹੜੇ ਸ਼ਬਦ ਨਾਉ ਜਾਂ ਪੜਨਾਉ ਦਾ ਸੰਬੰਧ ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪ੍ਰਗਟ ਕਰਨ, ਉਹਨੂੰ ਕਹਿੰਦੇ ਨੇ ਸੰਬੰਧ। ਕਿਵੇਂ? ਮੈਂ ਕਹਿੰਦਾ ਵਾਂ ਹਰੀ ਘਰ, ਹੁਣ 2 ਸ਼ਬਦ ਨੇ, ਗੱਲ ਬਣੀ ਨਹੀਂ, ਹਰੀ ਘਰ। ਹੁਣ ਇਹਨਾਂ ਨੂੰ ਜੋੜੇਗਾ ਕੌਣ? ਇਹਨਾਂ ਨੂੰ ਜੋੜੇਗਾ ਸੰਬੰਧਕ, ਇਹਨਾਂ ਦਾ ਸੰਬੰਧ ਬਣਾਏਗਾ। ਹਰੀ ਦਾ ਘਰ, ਦਾ ਕੀ ਹੋਇਆ? ਸੰਬੰਧਕ, ਪ੍ਰੈਪੋਜੀਸ਼ਨ, ਜਿਹਨੇ ਹਰੀ ਤੇ ਘਰ ਨੂੰ ਆਪਸ ਵਿੱਚ ਜੋੜ ਦਿੱਤਾ। ਮੈਂ ਕਹਿੰਦਾ ਜੱਗ ਪਾਣੀ, ਗੱਲ ਬਣੀ ਨਹੀਂ, ਇਹਨਾਂ ਨੂੰ ਕੌਣ ਆਪਸ ਜੋੜੇਗਾ? ਜੱਗ ਵਿੱਚ ਪਾਣੀ, ਵਿੱਚ ਨੇ ਜੱਗ ਤੇ ਪਾਣੀ ਦਾ ਸੰਬੰਧ ਬਣਾ ਦਿੱਤਾ, ਵਿੱਚ ਸੰਬੰਧਕ ਹੈ, ਜੱਗ ਵਿੱਚ ਪਾਣੀ। ਮੈਂ ਕਹਿੰਦਾ ਵਾਂ ਮੇਜ਼ ਗਿਲਾਸ, ਗੱਲ ਬਣੀ ਨਹੀਂ, ਹੁਣ ਇਹਦਾ ਸੰਬੰਧ ਮੈਂ ਕਿਵੇਂ ਜੋੜਾਂਗਾ? ਮੇਜ਼ ਉੱਤੇ ਗਿਲਾਸ, ਉੱਤੇ ਨੇ ਮੇਜ਼ ਤੇ ਗਿਲਾਸ ਦਾ ਸੰਬੰਧ ਬਣਾ ਦਿੱਤਾ, ਉੱਤੇ ਜਿਹੜਾ ਉਹ ਸੰਬੰਧਕ ਸ਼ਬਦ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਆਉਂਦੇ ਨੇ, ਜਿਵੇਂ ਅਸੀਂ ਕਿਹਾ ਸੀ ਉੱਤੇ, ਵਿੱਚ, ਦਾ, ਏਦਾਂ ਗੁਰਬਾਣੀ ਜਾਂਦੇ ਨੇ। ਦਾ, ਦੇ, ਦੀ, ਕਾ, ਕੇ, ਕੀ, ਨੂੰ, ਕੋਲ, ਉੱਤੇ, ਵਿੱਚ, ਪਾਸ, ਭੀਤਰ, ਮਝਾਰ, ਅੰਦਰ, ਬਾਹਰ, ਹੇਠ, ਉੱਪਰ, ਸੰਗ, ਭੀਤਰ, ਮਝਾਰ, ਅੰਤਰ, ਮਾਹੇ, ਸਾਥ, ਤੁਲ, ਬਰਾਬਰ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ। ਤੇ ਮੈਂ ਅੱਜ ਦੀ ਕਲਾਸ ਦੇ ਵਿੱਚ ਇਹ ਜਿੰਨੇ ਵੀ ਸੰਬੰਧਕ ਗੁਰਬਾਣੀ ਚਾਹੇ ਨੇ, ਮੈਂ ਸਾਰੇ ਹੀ ਇੱਥੇ ਸੂਚੀ ਪੇਸ਼ ਕਰਾਂਗਾ। ਔਰ ਕਈ ਮਹੀਨੇ ਲਗਾ ਕੇ ਮੈਂ ਉਹ ਸੂਚੀ ਤਿਆਰ ਕੀਤੀ ਹੈ। 20 ਕਿਸਮਾਂ ਦੇ ਉਹ ਸੰਬੰਧਕ ਗੁਰਬਾਣੀ ਵਿੱਚ ਆਏ ਨੇ, ਜਿਨ੍ਹਾਂ ਵਿੱਚੋਂ ਇੱਕ ਕਿਸਮ ਦੇ ਅੱਗੋਂ ਕਈ ਸੰਬੰਧਕ ਹੈਗੇ ਨੇ, ਵੱਖ-ਵੱਖ ਰੂਪਾਂ ਚ ਆਏ ਹੋਏ। ਔਰ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਲਗਭਗ 240 ਤੋਂ ਜ਼ਿਆਦਾ ਇਹ ਮੈਂ ਸੰਬੰਧਕ ਇਕੱਠੇ ਕੀਤੇ ਨੇ। ਸੂਚੀ ਮੈਂ ਰੱਖਾਂਗਾ, ਆਪ ਸਕਰੀਨਸ਼ਾਟ ਲੈ ਲਿਓ, ਜਾਂ ਮੈਂ ਕਹਿ ਦੇਵਾਂਗਾ ਕਿ ਆਪ ਇਹਨਾਂ ਨੂੰ ਗਰੁੱਪ ਦੇ ਵਿੱਚ ਵੀ ਪਾ ਦਿੱਤਾ ਜਾਏਗਾ। ਤੇ ਜਿਵੇਂ ਆਪ ਜੀ ਨੂੰ ਇਹਨਾਂ ਨੂੰ ਠੀਕ ਲੱਗੇ, ਮੇਰੇ ਵੱਲੋਂ ਖੁੱਲੀ ਛੁੱਟੀ ਹੈ, ਭਾਵੇਂ ਗਰੁੱਪ ਦੇ ਵਿੱਚ ਵੀ ਪਾ ਦੇਣਾ। ਉਹ ਸੂਚੀ ਨੂੰ ਯਾਦ ਕਰ ਲਿਓ, ਰੱਟ ਲਿਓ ਵੀ ਇਹ ਜਿਹੜੇ ਸ਼ਬਦ ਨੇ ਆ ਸੰਬੰਧਕ ਨੇ। ਜਦੋਂ ਆ ਸੰਬੰਧਕ ਆਣਗੇ, ਉਦੋਂ 3 ਨਿਯਮ ਸਾਹਮਣੇ ਆਣਗੇ, ਜਿਹੜੇ ਅਸੀਂ ਅੱਜ ਕਰਨੇ ਨੇ। 3 ਨਿਯਮ। 3 ਨਿਯਮ ਕੀ ਨੇ? ਮੈਂ ਹੁਣ 3 ਛੋਟੀਆਂ ਕਹਾਣੀਆਂ ਸੁਣਾਵਾਂਗਾ ਤਾਂ ਕਿ 3 ਨਿਯਮ ਸਮਝ ਆ ਜਾਣ। ਮੈਂ ਆਪਣੇ ਆਫਿਸ ਦੇ ਵਿੱਚ ਬੈਠਾ ਹੋਇਆ, ਆਪਣੀ ਗੁੱਟ ਵਾਲੀ ਘੜੀ, ਰਿਸਟ ਵਾਚ ਜਿਹੜੀ ਹੈ, ਉਹ ਮੈਂ ਲਾ ਕੇ ਟੇਬਲ ਦੇ ਉੱਪਰ ਰੱਖ ਦਿੱਤੀ। ਇੰਨੇ ਨੂੰ ਇੱਕ ਆਦਮੀ ਮੈਨੂੰ ਮਿਲਣ ਵਾਸਤੇ ਆਇਆ। ਮੈਂ ਉਹਦਾ ਸਵਾਗਤ ਕੀਤਾ, ਪਾਣੀ ਪਿਲਾਇਆ, ਉਹਨੂੰ ਚਾਹ ਪਿਲਾਈ। ਅਸੀਂ ਬੈਠ ਕੇ ਘੰਟਾ 2 ਘੰਟੇ ਵਿਚਾਰਾਂ ਵੀ ਕੀਤੀਆਂ। ਫਿਰ ਉਹ ਆਦਮੀ ਮੇਰੇ ਕਮਰੇ 'ਚ ਉੱਠ ਕੇ ਚਲਾ ਗਿਆ। ਜਦੋਂ ਮੈਂ ਆਪਣੇ ਟੇਬਲ ਦੇ ਉੱਪਰ ਦੇਖਿਆ ਤੇ ਘੜੀ ਗਾਇਬ ਸੀ। ਮੈਂ ਆਫਿਸ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਘੜੀ ਨੂੰ ਲੱਭਿਆ ਵੀ ਸ਼ਾਇਦ ਕਿਤੇ ਮੈਂ ਰੱਖ ਦਿੱਤੀ ਹੋਵੇ, ਮੈਂ ਰੱਖ ਕੇ ਭੁੱਲ ਗਿਆ ਹਾਂ, ਘੜੀ ਮਿਲੀ ਨਹੀਂ। ਫਿਰ ਮੈਂ ਆਪਣਾ ਕੈਮਰਾ ਚੈੱਕ ਕੀਤਾ, ਆਫਿਸ ਦਾ ਕੈਮਰਾ ਚੈੱਕ ਕਰਕੇ ਕੀ ਦੇਖਿਆ ਕਿ ਉਹ ਆਦਮੀ ਮੇਰੀ ਘੜੀ ਚੁੱਕ ਰਿਹਾ ਸੀ, ਚੁੱਕ ਕੇ ਉਹਨੇ ਜੇਬ 'ਚ ਪਾਈ ਤੇ ਚਲਾ ਗਿਆ। ਹੁਣ ਮੈਨੂੰ ਪਤਾ ਹੈ ਵੀ ਉਹ ਚੋਰ ਹੈ, ਮੈਨੂੰ ਉਸ ਆਦਮੀ ਦੀ ਪਛਾਣ ਹੈ ਹੁਣ ਕਿ ਉਹਨੇ ਮੇਰੀ ਘੜੀ ਚੁੱਕ ਲਈ।
ਗੁਰਬਾਣੀ ਵਿੱਚ ਵੀ ਐਸੇ ਚੋਰ ਆਉਂਦੇ ਨੇ। ਮੈਂ ਇਹ ਦੱਸਦੀ ਹਾਂ, ਇਹ ਕਹਾਣੀ ਹੈ, ਸੱਚ ਨਾ ਮੰਨਿਓ। ਕਹਾਣੀ ਸਿਰਫ ਇਸ਼ਾਰਾ ਹੁੰਦੀ ਹੈ ਕਿਸੇ ਗੱਲ ਨੂੰ ਸਮਝਾਉਣ ਵਾਸਤੇ, ਗੱਲ ਨੂੰ ਈਜ਼ੀ ਸਮਝਣ ਵਾਸਤੇ ਸਾਨੂੰ ਇਹ ਕਹਾਣੀ ਘੜਨੀ ਪੈਂਦੀ ਹੈ। ਹੁਣ ਇਹ ਜਿਹੜਾ ਚੋਰ ਹੈਗਾ ਵੈ, ਇਸ ਚੋਰ ਨੇ ਚੋਰੀ ਕੀਤੀ, ਮੈਨੂੰ ਪਛਾਣ ਹੋ ਗਈ ਵੀ ਬੰਦਾ ਚੋਰ ਹੈ, ਇਹਨੇ ਮੇਰੀ ਘੜੀ ਚੁੱਕੀ ਹੈ, ਚੋਰ ਦੀ ਪਛਾਣ ਹੋ ਗਈ। ਜਾਂ ਮੰਨ ਲਓ ਇੱਕ ਕਾਊਂਟਰ ਲੱਗਿਆ, ਉਸ ਕਾਊਂਟਰ ਦੇ ਵਿੱਚ ਲਾਈਨ ਲੱਗੀ ਹੋਈ ਹੈ ਲੋਕਾਂ ਦੀ, ਔਰ ਲੋਕ ਕਾਊਂਟਰ ਦੇ ਸਾਹਮਣੇ ਲਾਈਨ ਲਗਾ ਕੇ ਖੜੇ ਨੇ। 1 ਨੰਬਰ ਆਦਮੀ, ਫਿਰ 2 ਨੰਬਰ ਆਦਮੀ, ਫਿਰ 3 ਨੰਬਰ ਆਦਮੀ, ਫਿਰ 4 ਨੰਬਰ ਆਦਮੀ, ਫਿਰ 5 ਨੰਬਰ ਆਦਮੀ। ਜਿਹੜਾ 3 ਨੰਬਰ ਆਦਮੀ ਉਹ ਚੋਰ ਹੈ। ਹੁਣ ਲਾਈਨ ਲੱਗੀ ਹੋਈ ਹੈ, 3 ਨੰਬਰ ਆਦਮੀ ਜਿਹੜਾ ਆਪਣੇ ਤੋਂ ਅਗਲੇ 2 ਨੰਬਰ ਦੀ ਚੋਰੀ ਕਰੇਗਾ ਜਾਂ ਆਪਣੇ ਤੋਂ ਪਿਛਲੇ 4 ਨੰਬਰ ਦੀ ਚੋਰੀ ਕਰੇਗਾ। ਹੁਣ ਪਿੱਛੇ ਹੱਥ ਪਾਏਗਾ, ਪਿਛਲਾ ਤੇ ਉਹਨੂੰ ਦੇਖ ਹੀ ਰਿਹਾ ਵੇ, ਉੱਥੇ ਫੜਿਆ ਜਾਏਗਾ ਚੋਰ। ਹਾਂ, ਉਸ ਤੋਂ ਅੱਗੇ ਵਾਲਾ ਉਹਨੂੰ ਨਹੀਂ ਦੇਖ ਰਿਹਾ, ਕਿਉਂਕਿ ਉਹਦਾ ਮੂੰਹ ਅੱਗੇ ਨੂੰ ਹੈ, ਕਾਊਂਟਰ ਵੱਲ ਨੂੰ ਹੈ। ਇਸ ਕਰਕੇ 3 ਨੰਬਰ ਆਦਮੀ ਚੋਰ ਜਿਹੜਾ ਹੈ ਨਾ, ਉਹ 2 ਨੰਬਰ ਦੀ ਚੋਰੀ ਕਰੇਗਾ, ਆਪਣੇ ਤੋਂ ਪਹਿਲੇ ਦੀ ਚੋਰੀ ਕਰੇਗਾ, ਆਪਣੇ ਤੋਂ ਪਿਛਲੇ ਦੀ ਨਹੀਂ ਕਰ ਸਕਦਾ। ਗੁਰਬਾਣੀ ਦੇ ਵਿੱਚ ਜਿਹੜੇ ਸੰਬੰਧਕ ਆਉਂਦੇ ਨੇ, ਇਹਨਾਂ ਨੂੰ ਸਮਝਣ ਵਾਸਤੇ ਅਸੀਂ ਕਹਿ ਦਈਏ ਚੋਰ ਨੇ ਇਹ। ਤੇ ਇਹ ਚੋਰੀ ਸਿਰਫ ਇੱਕ ਚੀਜ਼ ਦੀ ਕਰਦੇ ਨੇ। ਆਮ ਤੇ ਦੁਨਿਆਵੀ ਚੋਰ ਹਰ ਚੀਜ਼ ਚੁੱਕ ਕੇ ਲੈ ਜਾਂਦੇ ਨੇ, ਪਰ ਇਹ ਬੜੇ ਇਮਾਨਦਾਰ ਚੋਰ ਨੇ। ਇਹ ਚੋਰੀ ਸਿਰਫ ਤੇ ਸਿਰਫ ਔਂਕੜ ਦੀ ਕਰਦੇ ਨੇ। ਔਂਕੜ, ਛੋਟੇ ਊ ਕੀ ਮਾਤਰਾ, ਸਿਰਫ ਔਂਕੜ ਦੀ, ਔਰ ਔਂਕੜ ਵੀ ਉਹਦੀ ਜਿਹੜਾ ਇੱਕ ਵਚਨ ਪੁਲਿੰਗ ਨਾਉਨ ਹੈ, ਸਿੰਗੂਲਰ ਮੈਸਕੁਲਿਨ ਨਾਉਨ, ਉਹਦੀ ਔਂਕੜ ਚੋਰੀ ਕਰ ਲੈਂਦੇ ਨੇ। ਇਹ ਪ੍ਰੈਪੋਜੀਸ਼ਨ, ਇਹ ਸੰਬੰਧਕ ਦੀ ਇੱਕੋ ਇੱਕ ਚੋਰੀ ਦਸਵੇਂ ਚੈਪਟਰ ਦਾ ਪਹਿਲਾ ਅਧਿਆਇ, 10ਵੇਂ ਅਧਿਆਇ ਦਾ ਪਹਿਲਾ ਭਾਗ। ਹਾਂਜੀ, ਹੁਣ ਇਹਦੇ ਵਿੱਚ ਦੇਖੋ, ਗੁਰਬਾਣੀ ਵਿੱਚ ਬਹੁਤ ਸਾਰੇ ਸੰਬੰਧਕੀ ਸ਼ਬਦ ਆਉਂਦੇ ਨੇ, ਦਾ, ਦੇ, ਦੀ, ਨੂੰ, ਨੋ ਆਦਿਕ। ਇਹਦੇ ਵਿੱਚ ਹੁਣ ਤੁਸੀਂ ਦੇਖੋ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਇਹਨੂੰ ਥੋੜਾ ਵੱਡਾ ਕਰ ਦਿਓ ਜੀ, ਸੈਂਟਰ ਅੱਧ ਚੋਂ ਉੱਪਰ ਕਰ ਦਿਓ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਹੁਣ ਗੁਰੂ ਹੈ ਸਾਡਾ ਇੱਕ, ਗੁਰੂ ਸਾਡੇ ਬਹੁਤੇ ਨਹੀਂ ਹਨ, ਗੁਰੂ ਤੇ ਸਾਡਾ ਇੱਕ ਹੈ। ਇਸ ਕਰਕੇ ਗੁਰ ਦੇ ਰਾਰੇ ਨੂੰ ਔਂਕੜ ਆਣੀ ਚਾਹੀਦੀ ਸੀ, ਕਿਉਂ ਨਹੀਂ ਜੀ ਆਈ? ਹੁਣ ਇੱਥੇ ਸੰਬੰਧਕ ਕਿਹੜਾ ਇਹਨਾਂ ਦੇ ਵਿੱਚ? ਇਹਨਾਂ ਵਿੱਚ ਸੰਬੰਧਕ ਹੈਗਾ ਕਾ। ਕਾ ਸੰਬੰਧਕ ਨੇ ਕੀ ਕੀਤਾ? ਗੁਰ ਦੇ ਰਾਰੇ ਦੀ ਔਂਕੜ ਚੋਰੀ ਕਰ ਲਈ। ਹੁਣ ਦਰਸ਼ਨ ਨੂੰ ਵੀ ਔਂਕੜ ਲੱਗੀ ਹੈ, ਗੁਰ ਨੂੰ ਵੀ ਚਾਹੀਦੀ ਸੀ, ਪਰ ਕਾ ਨੇ ਆਪਣੇ ਤੋਂ ਪਿਛਲੇ ਦੀ ਚੋਰੀ ਨਹੀਂ ਕੀਤੀ, ਆਪਣੇ ਤੋਂ ਅਗਲੇ ਦੀ ਚੋਰੀ ਕਰ ਲਈ। ਮਾਨੋ ਕਾਊਂਟਰ ਦੇ ਵਿੱਚ ਇਹ 6 ਜਣੇ ਖੜੇ ਨੇ, ਇੱਕ ਗੁਰ ਹੈ, ਦੂਜਾ ਕਾ ਹੈ, ਤੀਜਾ ਦਰਸ਼ਨ ਹੈ, ਚੌਥਾ ਦੇਖ ਹੈ, ਪੰਜਵਾਂ ਦੇਖ ਹੈ, ਛੇਵਾਂ ਜੀਵਾ। 6 ਜਣੇ ਖੜੇ ਨੇ ਕਾਊਂਟਰ ਦੇ ਸਾਹਮਣੇ। ਕਾਊਂਟਰ ਹੈ ਜਿਵੇਂ ਜਿਹੜਾ ਲਿਖਿਆ, ਸਮਝ ਲਓ ਕਾਊਂਟਰ ਹੈ, ਸਾਰੇ ਦਾ ਮੂੰਹ ਕਾਊਂਟਰ ਵੱਲ ਹੈ। ਹੁਣ ਗੁਰੂ 1 ਨੰਬਰ ਹੈ, 2 ਨੰਬਰ ਚੋਰ ਹੈ ਕਾ। ਹੁਣ ਕਾ 2 ਨੰਬਰ ਚੋਰ 1 ਨੰਬਰ ਗੁਰੂ ਦੀ ਚੋਰੀ ਕਰੇਗਾ ਜਾਂ ਪਿੱਛੇ 3 ਨੰਬਰ ਦਰਸ਼ਨ ਦੀ ਚੋਰੀ ਕਰੇਗਾ? ਜੇ ਪਿੱਛੇ ਦੇਖੇਗਾ ਤੇ ਪਿਛਲਾ ਦੇ ਹਲ ਦੇਖ ਰਿਹਾ ਹੋ ਤੇ ਫਿਰ ਫੜ ਲੇਗਾ। ਗੁਰ ਦਾ ਮੂੰਹ ਕਿਉਂਕਿ ਜਿਵੇਂ ਕਾਊਂਟਰ ਵੱਲ ਹੈ, ਇਸ ਕਰਕੇ ਕਾ ਗੁਰ ਦੀ ਚੋਰੀ ਕਰੇਗਾ। ਕਾ ਨੇ ਕੀ ਕੀਤਾ? ਗੁਰ ਦੇ ਰਾਰੇ ਦੀ ਔਂਕੜ ਚੋਰੀ ਕਰ ਲਈ। ਇੱਥੇ ਗੁਰ ਦੇ ਰਾਰੇ ਨੂੰ ਔਂਕੜ ਕਿਉਂ ਨਹੀਂ ਆਈ? ਕਿਉਂਕਿ ਕਾ ਸੰਬੰਧਕ ਨੇ ਗੁਰ ਦੇ ਰਾਰੇ ਦੀ ਔਂਕੜ ਹਟਾ ਦਿੱਤੀ, ਖਾ ਲਈ। ਇਹਨੂੰ ਭੁੱਖ ਲੱਗੀ ਸੀ, ਇਹਨੇ ਖਾ ਲਈ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਹੁਣ ਗੁਰੂ ਇੱਕੋ ਹੀ ਹੈ, ਪਰ ਔਂਕੜ ਨਾ ਆਉਣ ਦਾ ਕਾਰਨ ਹੈ ਕਾ ਸੰਬੰਧਕ ਜਦੋਂ ਲੱਗ ਜਾਂਦਾ ਹੈ, ਉਦੋਂ ਨਾਉ ਇੱਕ ਵਚਨ ਪੁਲਿੰਗ ਦੀ ਔਂਕੜ ਲੱਥ ਜਾਂਦੀ ਹੈ। ਅਗਲੀ ਤੁਕ ਦੇਖੋ ਜੀ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹਦੇ ਵਿੱਚ 2 ਸੰਬੰਧਕ ਨੇ, 2 ਚੋਰ ਨੇ ਇਸ ਲਾਈਨ ਦੇ ਵਿੱਚ ਬੈਠੇ ਹੋਏ, ਇੱਕ ਕਾ ਹੈ ਤੇ ਦੂਜਾ ਤੇ। ਇਹ ਸੰਬੰਧਕ ਨੇ ਦੋਨੋਂ, ਇਹ ਦੋਨੋਂ ਪ੍ਰੈਪੋਜੀਸ਼ਨ ਨੇ। ਹੁਣ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕਾ ਨੇ ਸਭ ਤੋਂ ਪਹਿਲਾਂ ਪ੍ਰਭ ਦੇ ਪੱਬੇ ਦੀ ਔਂਕੜ ਖਾ ਲਈ। ਇੱਥੇ ਮੈਂ ਇੱਕ ਗੱਲ ਦੱਸਦੀ ਹਾਂ, ਸਿਮਰਨ ਦੇ ਨੰਨੇ ਨੂੰ ਔਂਕੜ ਲੱਗਣੀ ਸੀ, ਉਹ ਮਿਸ ਪ੍ਰਿੰਟਿੰਗ ਹੋ ਗਈ ਟਾਈਪਿੰਗ ਦੀ, ਤੇ ਉਹ ਨਹੀਂ ਲੱਗੀ ਹੈਗੀ, ਤੇ ਇਹ ਲਗਾ ਲਿਓ ਜੀ। ਹੁਣ ਕਾ ਨੇ ਸਿਮਰਨ ਦੇ ਨੰਨੇ ਦੀ ਔਂਕੜ ਨਹੀਂ ਖਾਦੀ, ਪ੍ਰਭ ਦੇ ਪੱਬੇ ਦੀ ਔਂਕੜ ਖਾ ਲਈ। ਕਿਉਂ? ਕਿਉਂਕਿ ਪ੍ਰਭ ਇਸ ਤੋਂ ਅੱਗੇ ਸੀ, ਔਰ ਇਸ ਤੋਂ ਅੱਗੇ ਹੋਣ ਕਰਕੇ ਠੀਕ ਹੈ ਬੇਟੇ, मैं क्लास लगा रही थी। शाबाश। उसकी है
ਸਿਮਰਨ ਦੇ ਨੰਨੇ ਨੂੰ ਔਂਕੜ ਹੈ, ਇੱਥੇ ਲਗਾ ਲਿਓ ਹਨਾ, ਕਿਉਂਕਿ ਇਹ ਮਿਸਪ੍ਰਿੰਟਿੰਗ ਹੋਊਗੀ ਥੋੜੀ ਜਿਹੀ, ਮੈਂ ਤੋਂ ਟਾਈਪਿੰਗ ਕਰਦੇ ਹਾਂ। ਸਿਮਰਨ ਕਾਂ ਨੇ ਸਿਮਰਨ ਦੇ ਨੰਨੇ ਦੀ ਔਂਕੜ ਨਹੀਂ ਖਾਦੀ, ਪ੍ਰਭ ਦੇ ਪੱਬੇ ਦੀ ਔਂਕੜ ਖਾ ਲਈ, ਕਿਉਂਕਿ ਪ੍ਰਭ ਅੱਗੇ ਸੀ, ਰੱਬ ਤੇ ਇੱਕੋ ਹੀ ਹੈ, ਰੱਬ ਬਹੁਤੇ ਨਹੀਂ ਹਨ। ਪਰ ਔਂਕੜ ਕਿਉਂ ਨਹੀਂ ਲੱਗੀ? ਕਿਉਂਕਿ ਕਾਂ ਨੇ ਪ੍ਰਭ ਦੇ ਪੱਬੇ ਦੀ ਔਂਕੜ ਖਤਮ ਕਰ ਦਿੱਤੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਹੁਣ ਸਭ ਦੇ ਪੱਬੇ ਨੂੰ ਔਂਕੜ ਆਣੀ ਚਾਹੀਦੀ ਸੀ। ਹੁਣ ਇੱਥੇ ਇੱਕ ਗੱਲ ਹੋਰ ਸਮਝ ਲਿਓ, ਕੁਝ ਲੋਕ ਕਹਿੰਦੇ ਨੇ ਵੀ ਸਭ ਜਿਹੜਾ ਨਾ ਇਹ ਬਹੁਵਚਨ ਹੈ। ਜ਼ਰੂਰੀ ਨਹੀਂ ਕਿ ਸਭ ਬਹੁਵਚਨ ਹੋਵੇ, ਸਭ ਇੱਕ ਵਚਨ ਵੀ ਹੋ ਸਕਦਾ ਹੈ। ਸਭ ਦੇਖਣ ਨੂੰ ਲੱਗਦਾ ਵੀ ਬਹੁਵਚਨ ਹੈ, ਪਲੂਰਲ ਹੈ, ਪਰ ਨਹੀਂ, ਜ਼ਰੂਰੀ ਨਹੀਂ ਪਲੂਰਲ ਹੋਵੇ, ਇਹ ਸਿੰਗੂਲਰ ਵੀ ਹੋ ਸਕਦਾ ਹੈ। ਮੈਂ ਉਦਾਹਰਨ ਦੇ ਦਿੰਦਾ, ਇੱਕ ਟੋਕਰੀ ਦੇ ਵਿੱਚ 10 ਅੰਬ ਪਏ ਨੇ, ਮੈਂ ਕਹਿੰਦਾ ਮੈਂ ਸਾਰੇ ਅੰਬ ਖਾ ਲਏ, ਸਾਰੇ ਲਫ਼ਜ਼ ਆ ਗਏ ਨਾ ਬਹੁਵਚਨ, ਮੈਂ ਸਾਰੇ ਅੰਬ ਖਾ ਲਏ। ਪਰ ਉਸ ਟੋਕਰੀ ਦੇ ਵਿੱਚ ਇੱਕੋ ਹੀ ਅੰਬ ਪਿਆ, ਮੈਂ ਕਹਿ ਦਿੱਤਾ ਮੈਂ ਸਾਰਾ ਅੰਬ ਖਾ ਲਿਆ। ਹੁਣ ਸਾਰਾ ਤੇ ਬਹੁਵਚਨ ਹੈ, ਪਰ ਆਇਆ ਇੱਕ ਵਾਸਤੇ ਨਾ, ਮੈਂ ਸਾਰਾ ਅੰਬ ਖਾ ਲਿਆ। ਮੈਂ ਸਾਰੇ ਸੇਬ ਖਾ ਲਏ, 10 ਸੇਬ ਪਏ ਸੀ, ਸਾਰੇ ਸੇਬ ਖਾ ਲਏ, ਸਮਝ ਆਉਂਦੀ ਵੀ ਬਹੁਵਚਨ ਹੈ ਸਾਰੇ, ਪਰ ਉੱਥੇ ਸੇਬ ਇੱਕੋ ਹੀ ਪਿਆ ਸੀ, ਮੈਂ ਕਹਿ ਦਿੱਤਾ ਮੈਂ ਸਾਰਾ ਸੇਬ ਖਾ ਲਿਆ। ਸਾਰਾ ਤੇ ਬਹੁਵਚਨ ਸੀ ਨਾ, ਹੁਣ ਇੱਥੇ ਇੱਕ ਵਚਨ ਲਈ ਵਰਤਿਆ ਗਿਆ ਸਾਰਾ। ਇਸ ਕਰਕੇ ਸਭ ਦੇ ਜਿੱਥੇ ਪੱਬੇ ਨੂੰ ਔਂਕੜ ਆ ਜਾਂਦੀ ਹੈ, ਉੱਥੇ ਇੱਕ ਵਚਨ ਸਭ ਦੀ ਗੱਲ ਹੈ, ਸਭ ਤੇ ਉੱਚਾ। ਜੇ ਬਹੁਤੇ ਹੁੰਦੇ ਫਿਰ ਸਭ ਤੇ ਉੱਚੇ ਆਣਾ ਸੀ, ਉੱਚੇ ਨਹੀਂ ਆਇਆ, ਉੱਚਾ ਆ ਗਿਆ। ਇੱਥੇ ਸਭ ਦੇ ਪੱਬੇ ਨੂੰ ਔਂਕੜ ਸੀ, ਪਰ ਤੇ ਸੰਬੰਧਕ ਨੇ ਸਭ ਦੇ ਪੱਬੇ ਦੀ ਔਂਕੜ ਖਤਮ ਕਰ ਦਿੱਤੀ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਕ। ਹੁਣ ਪਰਮੇਸ਼ਰ ਤੇ ਸਾਡਾ ਇੱਕ ਹੀ ਹੈ, ਰੱਬ ਤੇ ਜ਼ਿਆਦਾ ਨਹੀਂ ਹਨ, ਪਰ ਇੱਥੇ ਔਂਕੜ ਨਹੀਂ ਆਈ, ਕਿਉਂਕਿ ਨਾਉ ਇੱਕ ਵਚਨ ਪੁਲਿੰਗ ਦੀ ਔਂਕੜ ਲੱਥ ਜਾਏ ਤੇ ਉਹ ਬਹੁਵਚਨ ਬਣ ਜਾਂਦਾ ਵੈ, ਪਰ ਇਹ ਰੱਬ ਤੇ ਇੱਕੋ ਹੀ ਹੈ। ਤੇ ਸੰਬੰਧਕ ਨੇ ਪਰਮੇਸ਼ਰ ਦੇ ਰਾਰੇ ਦੀ ਔਂਕੜ ਖਤਮ ਕਰ ਦਿੱਤੀ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਕ। ਆਹ ਤਾਂ ਸੀ ਸਾਡਾ ਇੱਕ ਚੈਪਟਰ। ਇਸ ਤਰ੍ਹਾਂ ਦੇ ਤੁਸੀਂ ਹੋਰ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਵਿੱਚੋਂ ਦੇਖ ਸਕਦੇ ਹੋ। ਹੁਣ ਨਾਲ ਹੀ ਮੈਂ ਇਸ ਤੋਂ ਦੂਜੇ ਭਾਗ ਦੇ ਵਿੱਚ ਹੋਰ ਬਹੁਤ ਸਾਰੇ ਪ੍ਰਮਾਣ ਦਿੱਤੇ ਨੇ, ਤੁਸੀਂ ਉਹ ਵੀ ਦੇਖ ਲਓ। ਵੀ ਜੀ ਅਗਲਾ ਤੁਸੀਂ ਸਲਾਈਡ ਸ਼ੁਰੂ ਕਰ ਦਿਓ ਜੀ। ਭਾਗ ਦੂਜਾ, ਬਾਲਕ ਮਰੈ ਬਾਲਕ ਕੀ ਲੀਲਾ। ਹੁਣ ਦੋ ਥਾਵਾਂ ਤੇ ਬਾਲਕ ਆਇਆ, ਇੱਕ ਦੇ ਕੱਕੇ ਨੂੰ ਔਂਕੜ ਆਈ ਹੈ, ਇੱਕ ਦੇ ਕੱਕੇ ਨੂੰ ਔਂਕੜ ਨਹੀਂ ਆਈ। ਪਹਿਲਾ ਬਾਲਕ ਮੈਨੇ ਇੱਕ ਵਚਨ ਪੁਲਿੰਗ ਹੈ, ਇੱਕ ਬੱਚੇ ਦੀ ਗੱਲ ਹੈ। ਬਾਲਕ ਮਰੈ, ਜਦੋਂ ਬੱਚਾ ਮਰਦਾ ਹੈ, ਬੱਚਾ ਮਰਦਾ ਹੈ, ਉਹ ਬੱਚੇ ਦੀ ਲੀਲਾ ਹੈ। ਬਾਲਕ ਕੀ ਲੀਲਾ, ਬਾਲਕ ਦੀ ਕੋਈ ਹੈ, ਪਰ ਕੱਕੇ ਨੂੰ ਔਂਕੜ ਕਿਉਂ ਨਹੀਂ ਆਈ? ਕਿਉਂਕਿ ਕੀ ਸੰਬੰਧਕ ਨੇ ਬਾਲਕ ਦੇ ਕੱਕੇ ਦੀ ਔਂਕੜ ਖਤਮ ਕਰ ਦਿੱਤੀ। ਸੰਬੰਧਕ ਐਸਾ ਚੋਰ ਹੈ, ਜਿੱਥੇ ਆਪਣੇ ਤੋਂ ਅੱਗੇ ਔਂਕੜ ਦੇਖਦਾ ਹੈ, ਇੱਕ ਵਚਨ ਪੁਲਿੰਗ ਨਾਉਂ ਦੀ, ਉਹਦੀ ਔਂਕੜ ਚੋਰੀ ਕਰ ਲੈਂਦਾ ਹੈ। ਇਹ ਜਿਹੜਾ ਸੰਬੰਧਕ ਹੈ, ਇਹ ਕਿਸੇ ਨੂੰ ਨਹੀਂ ਬਖਸ਼ਦਾ, ਨਾ ਗੁਰੂ ਨੂੰ, ਨਾ ਰੱਬ ਨੂੰ, ਨਾ ਕਿਸੇ ਨੂੰ, ਹਰ ਇੱਕ ਦੀ ਔਂਕੜ ਚੋਰੀ ਕਰ ਲੈਂਦਾ ਹੈ। ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਣ ਲੈ ਲਟਕਾਵੇ। ਘਰ ਮੈਂ, ਘਰ ਤੇ ਇੱਕੋ ਹੀ ਸਾਡਾ ਹਿਰਦਾ, ਘਰ ਦੇ ਰਾਰੇ ਨੂੰ ਔਂਕੜ ਚਾਹੀਦੀ ਸੀ, ਉਹ ਹਿਰਦਾ ਪੁਲਿੰਗ ਇੱਕ ਵਚਨ ਹੈ, ਪਰ ਰਾਰੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਮੈਂ ਸੰਬੰਧਕ ਨੇ ਘਰ ਦੇ ਰਾਰੇ ਦੀ ਔਂਕੜ ਚੋਰੀ ਕਰ ਲਈ। ਘਰ ਮੈਂ ਠਾਕੁਰ, ਪਿੱਛੇ ਠਾਕੁਰ ਦੇ ਰਾਰੇ ਨੂੰ ਔਂਕੜ ਲੱਗੀ ਸੀ, ਉਹਦੀ ਚੋਰੀ ਨਹੀਂ ਕੀਤੀ। ਕਿਉਂ? ਕਿਉਂਕਿ ਚੋਰ ਆਪਣੇ ਤੋਂ ਪਿਛਲੇ ਦੀ ਚੋਰੀ ਨਹੀਂ ਕਰਦਾ, ਆਪਣੇ ਤੋਂ ਅਗਲੇ ਦੀ ਚੋਰੀ ਕਰ ਲੈਂਦਾ। ਮੈਂ ਪ੍ਰੈਪੋਜੀਸ਼ਨ ਨੇ ਘਰ ਦੇ ਰਾਰੇ ਦੀ ਔਂਕੜ ਚੋਰੀ ਕਰ ਲਈ। ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਣ ਲੈ ਲਟਕਾਵੇ। ਗਲਾ ਤਾਂ ਸਾਡੇ ਇੱਕੋ ਹੀ ਹੈ, ਕਿਸੇ ਬੰਦੇ ਦੇ ਦੋ ਗਲੇ ਨਹੀਂ ਹੁੰਦੇ, ਪਰ ਇੱਥੇ ਲੱਲੇ ਨੂੰ ਔਂਕੜ ਚਾਹੀਦੀ ਸੀ, ਨਹੀਂ ਆਇਆ। ਗਲਾ ਜਿਹੜਾ ਉਹ ਇੱਕ ਵਚਨ ਪੁਲਿੰਗ ਹੈਗਾ, ਮੈਂ ਸੰਬੰਧਕ ਨੇ ਗਲ ਦੇ ਲੱਲੇ ਦੀ ਔਂਕੜ ਚੋਰੀ ਕਰ ਲਈ। ਗਲ ਮੈਂ ਪਾਣ ਲੈ ਲਟਕਾਵੇ। ਇਸੇ ਤਰ੍ਹਾਂ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਦੀ ਭੂਤ। ਧਿਆਨ ਤੇ ਇੱਕੋ ਹੈ, ਜੇ ਬਹੁਤੇ ਹੁੰਦੇ ਫਿਰ ਧਿਆਨ ਕੀਆਂ ਆਣਾ ਸੀ, ਬਹੁਤੇ ਧਿਆਨਾਂ ਦੀਆਂ, ਪਰ ਕੀ ਆ ਗਿਆ ਇੱਕ ਵਚਨ। ਧਿਆਨ ਦੇ ਨੰਨੇ ਦੀ ਔਂਕੜ ਕਿਉਂ ਨਹੀਂ ਆਈ? ਕਿਉਂਕਿ ਕੀ ਪ੍ਰੈਪੋਜੀਸ਼ਨ ਨੇ ਧਿਆਨ ਦੇ ਨੰਨੇ ਦੀ ਔਂਕੜ ਚੋਰੀ ਕਰ ਲਈ। ਦੇਖੋ ਜਾਗਤ ਦੋ ਵਾਰੀ ਆਇਆ ਅਗਲੀ ਤੁਕ ਵਿੱਚ, ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ। ਜਾਗਤ ਇੱਕ ਤੱਤੇ ਨੂੰ ਔਂਕੜ ਆਈ ਹੈ, ਦੂਜੇ ਤੱਤੇ ਨੂੰ ਔਂਕੜ ਨਹੀਂ ਆਈ। ਜਾਗਤ ਮੈਨੇ ਜਾਗਦਾ ਹੋਇਆ, ਜਿਹੜਾ ਜਾਗਦਾ ਹੈ, ਇੱਥੇ ਵਿਸ਼ੇਸ਼ਣ ਦੇ ਰੂਪ ਚ ਵਰਤ ਲਿਆ ਗਿਆ, ਜਾਗਣ ਵਾਲਾ। ਸੂਤੇ ਕੋ ਜਾਗਤ ਕਹੇ, ਜਾਗਦਾ ਹੋਇਆ ਕਹਿੰਦਾ ਹੈ।
ਜਾਗਤ ਇੱਕ ਹੈ। ਜਾਗਤ ਕੋ ਸੁੱਤਾ, ਜਾਗਦੇ ਨੂੰ ਕਹਿੰਦਾ ਸੁੱਤਾ ਪਿਆ ਹੋਇਆ। ਜਿਹੜਾ ਮਾਇਆ ਦੀ ਨੀਂਦ ਚ ਘੂਕ ਸੁੱਤਾ ਹੈ ਨਾ, ਜਿਹਨੇ ਬਹੁਤ ਪੈਸਾ ਕਮਾਇਆ, ਉਹਨੂੰ ਕਹਿੰਦੇ ਬੰਦਾ ਆ ਜਾਗਦਾ ਦੁਨੀਆ ਤੇ ਆਇਆ, ਬੰਦਾ ਜਾਗਦਾ, ਇਹਨੂੰ ਪਤਾ ਕੀ ਕਰਨਾ, ਇਹਨੂੰ ਜਾ ਕੇ ਪੁੱਛੋ। ਤੇ ਜਿਹੜਾ ਗਿਆਨ ਵਿੱਚ ਜਾਗ ਗਿਆ, ਉਹਨੂੰ ਕਹਿੰਦੇ ਸੁੱਤਾ ਪਿਆ, ਇਹਨੂੰ ਕੀ ਪਤਾ ਬਿਜ਼ਨਸ ਦਾ, ਇਹਨੂੰ ਕੀ ਪਤਾ ਪੈਸੇ ਕਿਵੇਂ ਇਕੱਠੇ ਕਰੀਦੇ। ਜਾਗਤ ਕੋ ਸੁੱਤਾ। ਹੁਣ ਕੌਣ ਨੇ ਜਾਗਤ ਦੇ ਤੱਤੇ ਦੀ ਔਂਕੜ ਚੋਰੀ ਕਰ ਲਈ। ਦਾਸ ਕਾ ਦਾਸ ਬਿਰਲਾ ਕੋਈ ਹੋਏ। ਦੋਨੋਂ ਪਾਸੇ ਦਾਸ ਹੈ, ਪਰ ਇੱਕ ਦੇ ਸੱਸੇ ਨੂੰ ਔਂਕੜ ਹੈ, ਇੱਕ ਦੇ ਸੱਸੇ ਨੂੰ ਔਂਕੜ ਨਹੀਂ ਹੈ। ਕਾਂ ਨੇ ਕੀ ਕੀਤਾ, ਆਪਣੇ ਤੋਂ ਪਹਿਲੇ ਦਾਸ ਦੀ ਔਂਕੜ ਚੋਰੀ ਕਰ ਲਈ ਔਰ ਪਿਛਲੇ ਦੀ ਨਹੀਂ ਕਰ ਸਕਿਆ। ਦਾਸ ਕਾ ਦਾਸ ਬਿਰਲਾ ਕੋਈ ਹੋਏ। ਕੋ ਇਹ ਸੰਬੰਧਕ ਐਸਾ ਚੋਰ ਹੈ, ਇਹਨੇ ਰੱਬ ਨੂੰ ਵੀ ਨਹੀਂ ਬਖਸ਼ਿਆ, ਰੱਬ ਤੇ ਇੱਕ ਸੀ, ਉਹਦੀ ਔਂਕੜ ਵੀ ਚੋਰੀ ਕਰ ਲਈ। ਪ੍ਰਭ ਕੋ ਸਿਮਰੈ ਸੇ ਧਨਵੰਤੇ। ਕੌ ਸੰਬੰਧਕ ਨੇ ਪ੍ਰਭ ਦੇ ਭੱਬੇ ਦੀ ਔਂਕੜ ਖਤਮ ਕਰ ਦਿੱਤੀ। ਉਦਮ ਇੱਕ ਹੈ, ਪਰ ਇੱਕ ਜਗ੍ਹਾ ਔਂਕੜ ਆਈ, ਇੱਕ ਜਗ੍ਹਾ ਤੇ ਨਹੀਂ ਆਈ। ਸਗਲ ਉਦਮ ਨਹਿ ਉਦਮ ਭਲਾ, ਮੈਂ ਨੇ ਉਦਮ ਦੀ ਔਂਕੜ ਖਤਮ ਕਰ ਦਿੱਤੀ। ਦੀਪਕ ਤੇ ਦੀਪਕ ਪ੍ਰਗਾਸਿਆ, ਦੀਵੇ ਤੋਂ ਦੀਵਾ ਜਗਿਆ। ਦੋਨੋਂ ਪਾਸੇ ਦੀਵਾ ਇੱਕ ਹੀ ਹੈ, ਇੱਕ ਵਚਨ ਪੁਲਿੰਗ ਹੈ। ਇੱਕ ਦੀਪਕ ਦੇ ਕੱਕੇ ਦੀ ਔਂਕੜ ਆਈ, ਇੱਕ ਦੀ ਨਹੀਂ ਆਈ, ਤੇ ਸੰਬੰਧਕ ਨੇ ਪਹਿਲੇ ਦੀਪਕ ਦੀ ਔਂਕੜ ਚੋਰੀ ਕਰ ਦਿੱਤੀ। ਪ੍ਰਭ ਪਾਸ ਜਨ ਕੀ ਅਰਦਾਸ। ਜਨ ਵੀ ਇੱਕੋ ਹੀ ਹੈ, ਕੀ ਆ ਗਿਆ ਨਾ, ਇੱਕ ਵਚਨ ਦਾ ਲਖਾਇਕ, ਤੇ ਪ੍ਰਭ ਰੱਬ ਵੀ ਇੱਕ ਹੈ, ਦੋਨਾਂ ਦੀ ਔਂਕੜ ਚੋਰੀ ਹੋ ਗਈ। ਪਾਸ ਨੇ ਪ੍ਰਭ ਦੀ ਔਂਕੜ ਚੋਰੀ ਕਰ ਲਈ, ਪਿੱਛੇ ਖੜਾ ਸੀ ਕੀ, ਉਹਨੇ ਅਗਲੇ ਜਨ ਦੀ ਔਂਕੜ ਚੋਰੀ ਕਰ ਲਈ। ਹੁਣ ਪਾਸ ਜਿਹੜਾ ਜਨ ਦੀ ਔਂਕੜ ਚੋਰੀ ਨਹੀਂ ਕਰ ਸਕਦਾ, ਕਿਉਂਕਿ ਜਨ ਨੂੰ ਦੇਖ ਲਏਗਾ, ਲਾਈਨ 'ਚ ਲੱਗੇ ਨੇ। ਪਾਸ ਆਪਣੇ ਤੋਂ ਪਹਿਲੇ ਪ੍ਰਭ ਦੀ ਔਂਕੜ ਚੋਰੀ ਕਰੇਗਾ, ਕੀ ਆਪਣੇ ਤੋਂ ਪਹਿਲੇ ਜਨ ਦੀ ਚੋਰੀ ਕਰੇਗਾ। ਦੋਨਾਂ ਨੇ ਆਪਣੇ ਤੋਂ ਅਗਲੇ ਦੀ ਚੋਰੀ ਕਰ ਲਈ। ਭਾਵ ਪਾਸ ਆਇਆ ਤੇ ਪ੍ਰਭ ਦੀ ਔਂਕੜ ਹਟ ਗਈ, ਕੀ ਆਇਆ ਤੇ ਜਨ ਦੀ ਔਂਕੜ ਹਟ ਗਈ। ਗੁਣ ਵਿੱਚ ਗੁਣ ਲੈ ਸਾਰ, ਵਿੱਚ ਸੰਬੰਧਕ ਨੇ ਪਹਿਲੇ ਗੁਣ ਦੀ ਔਂਕੜ ਖਤਮ ਕਰ। ਇਹ ਤੇ ਸੀ ਸਾਡਾ ਇੱਕ ਨਿਯਮ। ਮੈਂ 3 ਨਿਯਮ ਕਰਾਣੇ ਨੇ, ਹਜੇ ਇੱਕ ਰੂਲ ਹੈ ਇਹ।